Question number 146. The relative reactivity of aniline, toluene and nitrobenzene towards electrophilic substitution reaction। ਤਾਂ ਤੁਸੀਂ ਦੇਖੋ ਜੋ ਬੈਂਜ਼ੀਨ ਹੁੰਦੇ ਨੇ ਉਹ ਕਿਸ ਤਰ੍ਹਾਂ ਦੀਆਂ ਰਿਐਕਸ਼ਨ ਸ਼ੋ ਕਰਦੇ ਨੇ ਤੁਹਾਡੀਆਂ ਦੇ ਸ਼ੋ ਇਲੈਕਟ੍ਰੋਫਿਲਿਕ substitution reaction। ਤਾਂ ਦੇਖੋ ਇਹਨਾਂ ਵਿੱਚ ਕੀ ਹੁੰਦਾ ਹੈ one of the hydrogen will be replaced by some electrophile। ਤਾਂ ਕਰਕੇ ਇਸ ਨੂੰ ਆਪਾਂ ਕੀ ਬੋਲਦੇ ਹਾਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਬੋਲਦੇ ਹਾਂ। ਤਾਂ ਦੇਖੋ ਬੈਂਜ਼ੀਨ ਕੀ ਹੁੰਦੀ ਹੈ ਤੁਹਾਡੀ ਇੱਕ ਇਲੈਕਟ੍ਰੋਨ ਰਿਚ ਸਟਰਕਚਰ ਹੈ। ਤਾਂ ਇਲੈਕਟ੍ਰੋਨ ਰਿਚ ਹੋਣ ਕਰਕੇ ਇਟ ਐਕਟ ਐਜ਼ ਅ ਨਿਊਕਲੀਓਫਾਈਲ। ਤਾਂ ਨਿਊਕਲੀਓਫਾਈਲ ਐਕਟ ਹੋਣ ਕਰਕੇ ਅਗਰ ਕੋਈ ਵੀ ਇਸ ਤੇ ਇਲੈਕਟ੍ਰੋਫਾਈਲ ਆਂਦਾ ਹੈ ਤਾਂ ਇਲੈਕਟ੍ਰੋਫਾਈਲ ਕੀ ਕਰਦਾ ਹੈ ਇਸ ਤੇ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਕੇ ਆਪ ਉਸ ਦੀ ਜਗ੍ਹਾ ਕੀ ਹੋ ਜਾਂਦਾ ਹੈ ਤੁਹਾਡਾ ਸਬਸਟੀਟਿਊਟ ਹੋ ਜਾਂਦਾ ਹੈ। ਸੋ ਦੈਟ ਇਜ਼ ਵਾਈ ਬੈਂਜ਼ੀਨ ਜਿਸ ਤਰ੍ਹਾਂ ਦੀਆਂ ਰਿਐਕਸ਼ਨਸ ਨੂੰ ਸ਼ੋ ਕਰਦੇ ਨੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਹੈ ਨਾ। ਹੁਣ ਦੇਖੋ ਆਪਾਂ ਦੱਸਣਾ ਹੈ ਕਿ ਰਿਲੇਟਿਵ ਰਿਐਕਟੀਵਿਟੀ ਕੀ ਹੈ ਐਨਿਲੀਨ ਦੀ, ਟੋਲੂਇਨ ਦੀ ਤੇ ਨਾਈਟ੍ਰੋਬੈਂਜ਼ੀਨ ਦੀ ਟੁਵਾਰਡਸ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ। ਦੇਖੋ ਹੁਣ ਬੈਂਜ਼ੀਨ ਜਿੰਨਾ ਜ਼ਿਆਦਾ ਇਲੈਕਟ੍ਰੋਨ ਰਿਚ ਹੋਏਗਾ, more electron density at benzene more will be its reactivity। ਜਿੰਨਾ ਜ਼ਿਆਦਾ ਇਲੈਕਟ੍ਰੋਨ ਡੈਂਸ ਹੋਏਗਾ ਉਨੀ ਹੀ ਇਸਦੀ ਜ਼ਿਆਦਾ ਰਿਐਕਟੀਵਿਟੀ ਹੋਏਗੀ, ਇਲੈਕਟ੍ਰੋਫਾਈਲ ਓਨਾ ਹੀ ਫਾਸਟਲੀ ਬੈਂਜ਼ੀਨ ਦੇ ਉੱਪਰ ਅਟੈਕ ਕਰ ਪਾਏਗਾ। ਤਾਂ ਹੁਣ ਦੇਖੋ ਆਪਾਂ ਡਰਾ ਕਰਦੇ ਹਾਂ ਸਟਰਕਚਰ। ਤੁਹਾਡਾ ਪਹਿਲਾ ਸਟਰਕਚਰ ਹੈ ਤੁਹਾਡਾ ਐਨਿਲੀਨ। First structure is your aniline. The second one is your toluene, that is also known as your methyl benzene, and the third one is your nitrobenzene। ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ ਐਨਿਲੀਨ ਹੈ NH2 ਗਰੁੱਪ ਕੀ ਹੈ ਇਲੈਕਟ੍ਰੋਨ ਡੋਨੇਟਿੰਗ ਹੈ। ਤਾਂ ਇਲੈਕਟ੍ਰੋਨ ਡੋਨੇਟਿੰਗ ਹੋਣ ਕਰਕੇ ਇਹ ਤੁਹਾਡੇ ਬੈਂਜ਼ੀਨ ਗਰੁੱਪ ਦੇ ਵਿੱਚ ਇਲੈਕਟ੍ਰੋਨ ਡੈਂਸਿਟੀ ਨੂੰ ਵਧਾ ਦੇਗਾ। ਅਗਰ ਇਲੈਕਟ੍ਰੋਨ ਡੈਂਸਿਟੀ ਵਧੇਗੀ ਬਾਈ ਆ ਪਲੱਸ ਐਮ ਇਫੈਕਟ ਜਾਂ ਰੈਜ਼ੋਨੇਟਿੰਗ ਇਫੈਕਟ ਦੇ ਨਾਲ ਤਾਂ ਇਹਦੀ ਰਿਐਕਟੀਵਿਟੀ ਟੁਵਾਰਡਸ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਇਨਕਰੀਜ਼ ਹੋ ਜਾਏਗੀ। ਦੇਖੋ ਜੋ ਮਿਥਾਈਲ ਹੈ ਉਹ ਇਲੈਕਟ੍ਰੋਨ ਡੈਂਸਿਟੀ ਨੂੰ ਹਾਈਪਰ ਕੰਜੂਗੇਸ਼ਨ ਨਾਲ ਵਧਾਉਂਦਾ ਹੈ, ਜਦ ਕਿ ਦੇਖੋ ਜੋ ਨਾਈਟ੍ਰੋ ਗਰੁੱਪ ਹੈ that is the ਇਲੈਕਟ੍ਰੋਨ ਵਿਦਡਰਾਇੰਗ ਗਰੁੱਪ, ਇਹ ਇਲੈਕਟ੍ਰੋਨ ਡੈਂਸਿਟੀ ਨੂੰ ਘਟਾਏਗਾ। ਅਗਰ ਬੈਂਜ਼ੀਨ ਦੇ ਵਿੱਚ ਇਲੈਕਟ੍ਰੋਨ ਡੈਂਸਿਟੀ ਘੱਟ ਹੋਏਗੀ that is means ਕਿ ਇੱਥੇ ਇਲੈਕਟ੍ਰੋਫਿਲਿਕ ਜੋ ਸਬਸਟੀਟਿਊਸ਼ਨ ਹੈ as compared to the first two comparatively ਕੀ ਹੋਏਗੀ ਸਲੋਅਰ ਹੋਏਗੀ। ਤਾਂ ਇੱਥੇ ਕੀ ਆਏਗਾ ਨਾਈਟ੍ਰੋਬੈਂਜ਼ੀਨ ਬਿਲਕੁਲ ਐਂਡ ਤੇ ਆਏਗਾ ਐਂਡ ਜੋ ਥੋੜਾ ਐਨਿਲੀਨ ਹੈ that comes at the first position। ਰੀਜ਼ਨ ਕਿਉਂਕਿ ਦੇਖੋ ਜੋ ਐਨਿਲੀਨ ਹੈ जो NH2 group है that donates electron by resonance effect, but जो मिथाइल है वो थोड़ा हाइपर conjugation ਨਾਲ denote ਕਰਦਾ ਹੈ। ਤਾਂ ਜੋ ਥੋੜਾ resonance effect ਹੁੰਦਾ ਹੈ that always dominate over hyper conjugation effect। ਤਾਂ 146 ਦਾ ਆਨਸਰ ਕੀ ਆਏਗਾ ਤੁਹਾਡਾ A option। क्वेश्चन नंबर 147। देखो ये क्वेश्चन जो 147, 148 एंड 149 एंड 1050 है ना। ਤਾਂ ਚਾਰੋਂ ਕੁਐਸਚਨ ਤੁਹਾਡੇ ਮਾਸਟਰ ਕੇਡਰ 2016 ਦੇ ਨੇ, ਰੈਪੀਟੀਟਰ ਨੇ, ਬਟ ਫਿਰ ਵੀ ਆਪਾਂ ਇਹਨਾਂ ਨੂੰ ਥੋੜਾ ਡਿਸਕਸ ਕਰ ਲੈਣੇ ਹਾਂ। ਤਾਂ ਦੇਖੋ ਰਿਐਕਸ਼ਨ ਆਫ ਪ੍ਰੋਪੀਨ ਵਿਦ HBr। ਤਾਂ ਦੇਖੋ ਇੱਥੇ ਕਿਹੜਾ ਰੂਲ ਲੱਗਦਾ ਹੈ ਤੁਹਾਡਾ ਮਾਰਕੋਨਿਕ ਆਫ ਰੂਲ। ਕਿਹੜਾ ਰੂਲ ਲੱਗਦਾ ਹੈ ਤੁਹਾਡਾ ਮਾਰਕੋਨਿਕ ਆਫ ਰੂਲ। ਤਾਂ ਅਕੋਰਡਿੰਗ ਟੂ ਦਿਸ ਰੂਲ ਕੀ ਕਹਿੰਦਾ ਹੈ ਰੂਲ, ਕਹਿੰਦਾ ਜੋ ਵੀ ਤੁਹਾਡਾ ਰੀਏਜੈਂਟ ਹੈ, ਜੋ ਵੀ ਤੁਹਾਡਾ ਰੀਏਜੈਂਟ ਹੈ, ਰੀਏਜੈਂਟ ਦਾ ਜੋ ਪੋਜ਼ਿਟਿਵ ਪਾਰਟ ਹੈ, ਰੀਏਜੈਂਟ ਦਾ ਪੋਜ਼ਿਟਿਵ ਪਾਰਟ उस डबल बॉन्डेड कार्बन पे अटैक करेगा, अटैक एट दैट डबल बॉन्डेड कार्बन हैविंग मोर नंबर ऑफ हाइड्रोजन एटम, हैविंग मोर नंबर ऑफ हाइड्रोजन एटम, जिसके ऊपर सब तो ज्यादा नंबर ऑफ हाइड्रोजन एटम प्रेजेंट होंगे जिस डबल बॉन्डेड कार्बन के ऊपर ਉੱਥੇ ਥੋੜਾ ਪੋਜ਼ਿਟਿਵ ਪਾਰਟ ਅਟੈਕ ਕਰੇਗਾ। ਹੁਣ ਦੇਖੋ ਇੱਥੇ H ਹੈ, H ਪੋਜ਼ਿਟਿਵ ਹੋਏਗਾ, H ਡੈਲਟਾ ਪੋਜ਼ਿਟਿਵ ਐਂਡ ਬ੍ਰੋਮੀਨ ਕਿਉਂਕਿ ਇਲੈਕਟ੍ਰੋਨੈਗੇਟਿਵ ਹੈ ਤੇ ਇਹਦੇ ਉੱਪਰ ਚਾਰਜ ਕੀ ਹੋਏਗਾ ਤੁਹਾਡਾ ਡੈਲਟਾ ਨੈਗੇਟਿਵ ਹੈ ਨਾ। ਹੁਣ ਤੁਸੀਂ ਦੇਖੋ ਕਿ ਇਸ ਦੇ ਉੱਪਰ ਹਾਈਡਰੋਜਨ ਜ਼ਿਆਦਾ ਨੇ ਤਾਂ ਆਹ ਦੇਖੋ ਇੱਥੇ ਹਾਈਡਰੋਜਨ ਕਿੰਨੇ ਨੇ, ਸਿਰਫ ਇੱਕ ਹਾਈਡਰੋਜਨ ਹੈ ਐਂਡ ਜੋ ਥੋੜਾ ਟਰਮੀਨਲ ਮਿਥਾਈਲਿਨ ਗਰੁੱਪ ਹੈ ਤਾਂ ਇਹਦੇ ਕੋਲ ਕਿੰਨੇ ਹਾਈਡਰੋਜਨ ਨੇ, ਦੋ। दैट मीन्स जो थोड़ा पॉजिटिव पार्ट है वो कितने अटैक करेगा थोड़ा टर्मिनल पोजीशन पे। तो दैट मीन्स थोड़ा जो थे पॉजिटिव चार्ज की बनेगा सेकेंडरी कार्बोकेटाइन बनेगा एंड जो सेकेंडरी कार्बोकेटाइन बनया है इथे Br अटैक करके जो थोड़ा फाइनल प्रोडक्ट है दैट विल बी योर 2 ब्रोमोप्रोपेन, 2 ब्रोमोप्रोपेन। तो आंसर क्या आएगा थोड़ा बी ऑप्शन। क्वेश्चन नंबर 148। ਹੁਣ ਦੇਖੋ ਆਪਾਂ ਆਰਡਰ ਆਫ ਰਿਐਕਟੀਵਿਟੀ ਦੱਸਣੀ ਹੈ ਐਲਕੀਨ ਦੀ ਟੁਵਾਰਡਸ ਇਲੈਕਟ੍ਰੋਫਿਲਿਕ ਅਟੈਕ। ਦੇਖੋ ਜੋ ਐਲਕੀਨਸ ਹੁੰਦੀਆਂ ਨੇ, ਆਈ ਥਿੰਕ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਹੋਏਗਾ, ਐਲਕੀਨਸ ਕਿਦਾਂ ਦੀਆਂ ਰਿਐਕਸ਼ਨ ਸ਼ੋ ਕਰਦੇ ਨੇ ਤੁਹਾਡੀਆਂ ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨ ਸ਼ੋ ਕਰਦੇ ਨੇ। ਦੇ ਸ਼ੋ ਇਲੈਕਟ੍ਰੋਫਿਲਿਕ
ਐਡੀਸ਼ਨ ਰਿਐਕਸ਼ਨ, that means ਇੱਥੇ ਕੀ ਹੋਏਗਾ, ਡਬਲ ਬੌਂਡ ਬ੍ਰੇਕ ਹੋ ਕੇ ਤੁਹਾਡੇ ਦੋ ਕੋਵੈਲੈਂਟ ਬੌਂਡ ਦੀ ਫਾਰਮੇਸ਼ਨਸ ਹੁੰਦੀਆਂ ਨੇ, ਦੋ ਸਿਗਮਾ ਬੌਂਡਸ ਬਣਦੇ ਨੇ, ਤਾਂ ਕਰਕੇ ਆਪਾਂ ਨੂੰ ਕੀ ਕਹਿੰਦੇ ਹਾਂ, ਐਡੀਸ਼ਨ। ਤੇ ਪਹਿਲੇ ਸਟੈਪ ਦੇ ਵਿੱਚ ਤੁਹਾਡਾ ਇਲੈਕਟ੍ਰੋਫਾਈਲ ਐਡ ਹੁੰਦਾ ਹੈ। ਤਾਂ ਜੋ ਐਲਕੀਨ ਦੇਖੋ ਜਿੰਨੀ ਜ਼ਿਆਦਾ ਨਿਊਕਲੀਓਫਿਲਿਕ ਹੋਏਗੀ ਓਨਾ ਹੀ ਜਲਦੀ ਉੱਥੇ ਤੁਹਾਡਾ ਇਲੈਕਟ੍ਰੋਫਾਈਲ ਅਟੈਕ ਕਰ ਪਾਏਗਾ, ਤੇ ਜੋ ਪ੍ਰੋਡਕਟ ਹੈ ਓਨਾ ਹੀ ਜਲਦੀ ਤੁਹਾਡਾ ਇਲੈਕਟ੍ਰੋਫਿਲਿਕ ਐਡੀਸ਼ਨ ਦੇ ਥਰੂ ਫਾਰਮੇਸ਼ਨ ਹੋਏਗੀ। ਤਾਂ ਦੇਖੋ ਪਹਿਲਾ ਕੀ ਹੈ ਤੁਹਾਡਾ 2 ਮਿਥਾਈਲ ਪ੍ਰੋਪੀਨ, ਤਾਂ ਦੇਖੋ 2 ਮਿਥਾਈਲ ਪ੍ਰੋਪੀਨ ਹੈ, that is the structure। ਨੈਕਸਟ ਹੈ ਤੁਹਾਡਾ ਇਥੀਨ, ਦਿਸ ਵਨ, ਐਂਡ ਨੈਕਸਟ ਹੈ ਤੁਹਾਡਾ ਪ੍ਰੋਪੀਨੋਇਕ ਐਸਿਡ। ਦੇਖੋ ਜੋ ਪ੍ਰੋਪੀਨੋਇਕ ਐਸਿਡ ਹੈ ਉਹਦੇ ਵਿੱਚ ਗਰੁੱਪ ਕੀ ਲੱਗਿਆ ਹੋਇਆ, ਤੁਹਾਡਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ, that is your ਇਲੈਕਟ੍ਰੋਨ ਵਿਦਡਰਾਇੰਗ ਗਰੁੱਪ। ਤਾਂ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਕੀ ਕਰੇਗਾ, ਇਲੈਕਟ੍ਰੋਨ ਡੈਂਸਿਟੀ ਆਫ ਡਬਲ ਬੌਂਡ ਨੂੰ ਕੀ ਕਰੇਗਾ, ਘੱਟ ਕਰੇਗਾ। that means ਅਗਰ ਇਲੈਕਟ੍ਰੋਨ ਡੈਂਸਿਟੀ ਘੱਟ ਗਈ ਤਾਂ ਇਲੈਕਟ੍ਰੋਫਾਈਲ ਈਜ਼ੀਲੀ ਅਟੈਕ ਨਹੀਂ ਕਰ ਪਾਏਗਾ, ਤਾਂ ਕਰਕੇ ਪ੍ਰੋਪੀਨੋਇਕ ਐਸਿਡ ਸਭ ਤੋਂ ਐਂਡ ਤੇ ਆਏਗਾ। ਔਨ ਦਾ ਅਦਰ ਹੈਂਡ ਸਾਈਡ ਇੱਥੇ ਕੀ ਲੱਗੇ ਹੋਏ ਨੇ ਤੁਹਾਡੇ ਦੋ ਮਿਥਾਈਲ ਗਰੁੱਪ ਨੇ 2 ਮਿਥਾਈਲ ਪ੍ਰੋਪੀਨ ਦੇ ਵਿੱਚ, ਜੋ ਕਿ ਤੁਹਾਡੀ ਇਲੈਕਟ੍ਰੋਨ ਡੈਂਸਿਟੀ ਨੂੰ ਐਟ ਦਾ ਡਬਲ ਬੌਂਡ ਕੀ ਕਰ ਦੇਣਗੇ, ਇਨਕਰੀਜ਼ ਕਰ ਦੇਣਗੇ। ਅਗਰ ਇਲੈਕਟ੍ਰੋਨ ਡੈਂਸਿਟੀ ਵੱਧ ਗਈ ਤਾਂ ਇਲੈਕਟ੍ਰੋਫਾਈਲ ਕੈਨ ਈਜ਼ੀਲੀ ਅਟੈਕ ਔਨ that। ਆਂਸਰ ਕੀ ਆਏਗਾ ਤੁਹਾਡਾ A ਆਪਸ਼ਨ, ਠੀਕ ਹੈ। ਕੁਐਸਚਨ ਨੰਬਰ 149, ਤਾਂ ਤੁਸੀਂ ਦੇਖੋ ਡਾਈਕਲੋਰੋਸਾਈਕਲੋਪੈਂਟੇਨ ਬਣਾਣੇ ਨੇ ਫਰੋਮ ਯੋਰ ਸਾਈਕਲੋਪੈਂਟੇਨ। ਦੇਖੋ ਆ ਸਾਈਕਲੋਪੈਂਟੇਨ ਹੈ, ਤਾਂ ਤੁਸੀਂ ਪੋਸਿਬਿਲਿਟੀ ਲਿਖਣੀਆਂ ਨੇ, ਤੁਸੀਂ ਡਾਈਕਲੋਰੋ ਅਟੈਚ ਕਰਨਾ ਕਿੱਦਾਂ ਕਰ ਸਕਦੇ ਹੋ। ਦੇਖੋ ਪਹਿਲੀ ਪੋਸਿਬਿਲਿਟੀ ਕੀ ਹੈ ਕਿ ਦੋਨੋਂ ਕਲੋਰੀਨ ਤੁਸੀਂ ਇੱਕ ਹੀ ਕਾਰਬਨ ਦੇ ਉੱਪਰ ਅਟੈਚ ਕਰ ਦਿਓ, that is the first possibility। ਸੈਕਿੰਡ ਪੋਸਿਬਿਲਿਟੀ ਕੀ ਹੈ ਕਿ ਦੋ ਕਲੋਰੀਨ ਹੈ ਤੁਸੀਂ ਔਰਥੋ ਪੋਜੀਸ਼ਨ ਤੇ ਲਗਾ ਦਿਓ, मतलब 1 2 पोजीशन ਤੇ ਲਗਾ ਦੋ। ਐਂਡ ਦਾ ਥਰਡ ਪੋਸਿਬਿਲਿਟੀ ਇਜ਼ ਕਿ ਇੱਕ ਕਲੋਰੀਨ ਫਸਟ ਪੋਜੀਸ਼ਨ ਤੇ ਐਂਡ ਦਾ ਸੈਕਿੰਡ ਕਲੋਰੀਨ ਇਜ਼ ਐਟ ਦਾ ਥਰਡ ਪੋਜੀਸ਼ਨ। ਸੋ these are the three possibilities by which you can do the ਡਾਈਕਲੋਰੋਨੇਸ਼ਨ। ਡਾਈਕਲੋਰੋਨੇਸ਼ਨ ਤਿੰਨ ਪੋਸਿਬਿਲਿਟੀਜ਼ ਦੇ ਨਾਲ ਕਰ ਸਕਦੇ ਹੋ। ਤਾਂ ਇੱਥੇ ਇਹਨਾਂ ਨੇ ਇਹੀ ਚੀਜ਼ ਪੁੱਛੀ ਹੈ ਕਿ ਨੰਬਰ ਆਫ ਡਾਈਕਲੋਰੋਸਾਈਕਲੋਪੈਂਟੇਨ ਕਿੰਨੇ ਬਣਨਗੇ, ਤਾਂ ਆਂਸਰ ਕਿੰਨਾ ਆਏਗਾ ਤੁਹਾਡਾ C ਆਪਸ਼ਨ, that is your 3। नेक्स्ट क्वेश्चन है द reagent used for the separation of acetone and acetaldehyde। देखो acetone ਕੀ ਹੁੰਦਾ ਹੈ ਤੁਹਾਡਾ, that is your ketone group, and acetaldehyde ਕੀ ਤੁਹਾਡਾ acid group ਹੈ। ਤਾਂ ਸ਼ਾਇਦ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ, ਮਾਸਟਰ ਕੈਡਟ ਪੇਪਰ 'ਚ ਵੀ ਆਪਾਂ ਡਿਸਕਸ ਕੀਤਾ ਸੀ ਕਿ ਆਪਾਂ ਤੁਹਾਡਾ ਐਲਡੀਹਾਈਡ ਗਰੁੱਪ ਤੇ ਕੀਟੋਨ ਨੂੰ ਆਪਾਂ ਬੇਸਿਕਲੀ ਜੋ ਡਿਸਟਿੰਗੁਇਸ਼ ਕਰਦੇ ਹਾਂ, ਬੇਸਿਕਲੀ ਚਾਰ ਏਜੰਟ ਯੂਜ਼ ਕਰ ਸਕਦੇ ਹਾਂ। ਪਹਿਲਾ ਹੈ NaHSO3, दूसरा आंदा है टॉलेंस टेस्ट, तीसरा आंदा है थोड़ा बेनेडिक्ट सोल्यूशन, एंड द फोर्थ वन इज योर फैलिंग सोल्यूशन, है ना। तो आह चारे टेस्ट जनरली आप यूज करते हैं टू डिस्टिंग्विश बिटवीन योर एल्डिहाइड एंड कीटोन। देखो पर ਇੱਥੇ ਦੋਨੋਂ ਆਪਸ਼ਨਸ ਅਵੇਲੇਬਲ ਨੇ, ਤਾਂ ਇੱਥੇ ਇਹਦਾ ਗ੍ਰੇਸ ਮਾਰਕਿੰਗ ਮਿਲੇਗੀ ਕਿਉਂਕਿ ਦੋਨਾਂ ਟੈਸਟਾਂ ਦੇ ਨਾਲ ਹੀ ਤੁਸੀਂ ਇਸ ਨੂੰ ਡਿਸਟਿੰਗੁਇਸ਼ ਕਰ ਸਕਦੇ ਹੋ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ B ਐਂਡ D ਆਪਸ਼ਨ। क्वेश्चन नंबर 117, that is from environmental chemistry। soil pollution can be checked, मतलब soil pollution ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹੋ। ਪਹਿਲਾ ਆਪਸ਼ਨ more plantation, ਬਿਲਕੁਲ ਸਹੀ ਹੈ, ਜਿੰਨੇ ਤੁਸੀਂ ਪੇੜ ਪੌਦੇ ਜ਼ਿਆਦਾ ਲਗਾਓਗੇ ਉਨਾ ਹੀ soil ਦਾ ਜੋ pollution ਹੈ ਉਸ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ। ਸੈਕਿੰਡ, ਹਾਰਵੈਸਟਿੰਗ ਆਫ ਵਾਟਰ ਇਨ ਦਾ ਵੈਲਸ ਐਂਡ ਲੇਕਸ ਟੂ ਅਵੋਇਡ ਫਲੱਡਿੰਗ, ਬਿਲਕੁਲ ਸਹੀ ਗੱਲ ਹੈ। ਅਗਰ ਫਲੱਡ ਵਗੈਰਾ ਨੂੰ ਕੰਟਰੋਲ ਕਰ ਪਾਓਗੇ ਤਾਂ soil ਨੂੰ ਤੁਸੀਂ ਉਸਦੀ ਇਰੋਜ਼ਨ ਤੋਂ ਬਚਾ ਸਕਦੇ ਹੋ, ਤਾਂ B ਆਪਸ਼ਨ ਵੀ ਸਹੀ ਹੈ। Third, diversification of crops from rice growing to other crops needing less water, ਬਿਲਕੁਲ। ਤਾਂ ਤੁਸੀਂ ਕੀ ਕਰਨਾ ਹੈ, different types ਦੀਆਂ crops ਨੂੰ grow ਕਰਨਾ ਹੈ ਤਾਂ ਕਿ soil different crops ਨੂੰ ਜਦੋਂ ਤੁਸੀਂ use ਕਰੋਗੇ ਤਾਂ ਉਸ soil ਦੀ ਜੋ fertility ਹੈ that can be maintained, ਉਸ ਨੂੰ ਆਪਾਂ maintain ਕਰ ਸਕੀਏ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ all of these। ਤਿੰਨੋਂ ਆਪਸ਼ਨ ਬਿਲਕੁਲ ਸਹੀ ਨੇ ਜਿਸ ਦੇ ਨਾਲ ਤੁਸੀਂ soil pollution ਨੂੰ ਕੰਟਰੋਲ ਕਰ ਸਕਦੇ ਹੋ। ਕੁਐਸਚਨ ਨੰਬਰ 118, which of the following is used in plant। देखो फिर तो repeated question है, मैं ਤੁਹਾਨੂੰ लास्ट टाइम भी ਦੱਸਿਆ ਸੀ इसका आंसर ਕੀ ਆਂਦਾ ਹੈ ਤੁਹਾਡਾ calcium hypophosphate, that is your CaH2PO4 twice। ਤਾਂ that is the chemical that is used in plants। ਤਾਂ ਇਹਦਾ ਆਨਸਰ ਕੀ ਆਏਗਾ ਤੁਹਾਡਾ D option। question number 119, again repeated है, when copper sulfate is treated with Ki in water in the presence of starch followed by titration with Na2S2O3, iodine trapped in starch with the sodium thiosulfate to forms। देखो ਇਹਦੀ ਰਿਐਕਸ਼ਨ ਮੈਂ ਲਾਸਟ ਟਾਈਮ ਵੀ ਕਰਵਾਈ ਸੀ। ਆਪਣੀ ਰਿਐਕਸ਼ਨ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਆਇਓਡੀਨ ਦੀ ਰਿਐਕਸ਼ਨ
Na2S2O3 ਦੇ ਨਾਲ ਕਰਦੇ ਹੋ ਤਾਂ ਆਇਓਡੀਨ ਜੋ ਤੁਹਾਡੀ ਗੈਸ ਹੈ that will be converted into your iodide plus ਜੋ ਤੁਹਾਡਾ ਇੱਥੇ ਥਾਇਓਸਲਫੇਟ ਹੈ ਥਾਇਓਸਲਫੇਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ that is your Na2S4 O6 ਦੇ ਵਿੱਚ ਕਨਵਰਟ ਹੋ ਜਾਂਦਾ ਹੈ that means it get oxidized ਇਹ ਕੀ ਹੋ ਜਾਂਦਾ ਹੈ ਤੁਹਾਡਾ oxidized ਹੋ ਜਾਂਦਾ ਹੈ and ਜੋ ਤੁਹਾਡਾ iodine ਹੈ that will get reduced ਉਹ ਕੀ ਹੋ ਜਾਂਦਾ ਹੈ ਤੁਹਾਡਾ reduce ਹੋ ਜਾਂਦਾ ਹੈ ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ B option question number 120 the IR spectrum of SO2 molecule is expected to show ਦੇਖੋ ਕਿੰਨੇ ਸਿਗਨਲ ਕਿੰਨੇ ਬੈਂਡਸ ਆਉਂਦੇ ਨੇ ਉਹ ਆਪਾਂ ਕਿਸ ਫਾਰਮੂਲੇ ਨਾਲ ਲਿਖਦੇ ਹਾਂ ਆਪਾਂ 3n minus 6 because SO2 ਕੀ ਹੈ ਤੁਹਾਡਾ non linear molecule ਹੈ and non linear molecule ਦੇ ਲਈ ਤੁਹਾਡੇ ਜੋ total number of vibrational modes ਆਉਂਦੇ ਨੇ that are 3n minus 6 ਹੈ ਨਾ n ਕੀ ਹੈ total number of atom ਤਾਂ SO2 ਚ atom ਕਿੰਨੇ ਨੇ total 3 ਤਾਂ 3 into 3 minus 6 ਮਤਲਬ ਕਿੰਨੇ ਬਣ ਗਏ total ਕਿੰਨੇ ਬੈਂਡ ਆ ਰਹੇ ਨੇ ਤੁਹਾਡੇ 3 vibrational bands ਆਉਂਦੇ ਨੇ out of these 3 vibrational bands stretching band ਕਿੰਨੇ ਹੁੰਦੇ ਨੇ ਤੁਹਾਡੇ n-1 ਦਾ ਮਤਲਬ 3 - 1 ਮਤਲਬ 2 that means 2 stretching bands ਹੋਣਗੇ ਅਗਰ ਦੇਖੋ 3 ਦੇ ਵਿੱਚੋਂ 2 stretching band ਹੈ ਤਾਂ ਇੱਕ band ਕੀ ਹੋਏਗਾ ਤੁਹਾਡਾ bending ਹੋਏਗਾ ਤਾਂ 1 ਆਨਸਰ ਕੀ ਆਏਗਾ 1 bending band ਤਾਂ ਤੇ ਆਨਸਰ ਕੀ ਆਏਗਾ ਤੁਹਾਡਾ C option 2 stretching bands ਨੇ and 1 ਕੀ ਹੈ ਤੁਹਾਡਾ bending band ਹੈ question number 121 ਕਹਿੰਦੇ suppose ਕਰੋ ਕਿ ਜਦੋਂ ਤੁਹਾਡਾ ਸਲਫਰ ਹੈ ਉਸਨੇ ਕੋਆਰਡੀਨੇਟ ਕਰ ਲਿਆ ਤੁਹਾਡੇ ਮਰਕਰੀ ਦੇ ਨਾਲ ਦੇਖੋ ਜਦੋਂ ਸਲਫਰ ਨੇ ਮਰਕਰੀ ਦੇ ਨਾਲ ਕੋਆਰਡੀਨੇਟ ਕੀਤਾ ਤਾਂ ਦੇਖੋ ਕੀ ਚੇਂजेस ਆਏ ਪਹਿਲਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਆਪਾਂ ਕਰਦੇ ਹਾਂ ਤਾਂ ਜਦੋਂ ਇਸਨੇ ਕੋਆਰਡੀਨੇਟ ਕੀਤਾ ਤਾਂ ਸਲਫਰ ਉੱਪਰ ਚਾਰਜ ਕੀ ਡਿਵੈਲਪ ਹੋਏਗਾ ਪੋਜ਼ਿਟਿਵ ਚਾਰਜ ਐਂਡ ਡਿਊ ਟੂ ਦ ਡਿਵੈਲਪਮੈਂਟ ਆਫ ਦ ਪੋਜ਼ਿਟਿਵ ਚਾਰਜ ਸਲਫਰ ਕੀ ਕਰੇਗਾ ਇਲੈਕਟ੍ਰੋਨ ਕੀ ਕਰੇਗਾ ਵਿਦਡਰਾ ਕਰੇਗਾ ਫਰੋਮ ਦ ਕਾਰਬਨ that means ਸਲਫਰ ਤੇ ਕਾਰਬਨ ਵਾਲਾ ਬੌਂਡ ਕੀ ਹੋ ਜਾਏਗਾ ਤੁਹਾਡਾ ਸਟਰੋਂਗ ਹੋ ਜਾਏਗਾ that means ਉਹ ਪਾਸ ਆਣਗੇ ਜਿੰਨਾ ਬੌਂਡ ਸਟਰੋਂਗ ਹੋਏਗਾ ਤਾਂ that means force constant ਦੀ ਵੈਲਿਊ ਕੀ ਹੋ ਜਾਏਗੀ ਤੁਹਾਡੀ ਵੱਧ ਜਾਏਗੀ ਐਂਡ ਅਗਰ ਤੁਹਾਡਾ force constant ਦੀ ਵੈਲਿਊ ਵਧੇਗੀ that means frequency ਕੀ ਹੋ ਜਾਏਗੀ ਤੁਹਾਡੀ increase ਕਰ ਦੇ ਸਿਮਿਲਰਲੀ ਅਗਰ ਆਪਾਂ ਗੱਲ ਕਰੀਏ ਦੇਖੋ ਜਦੋਂ ਕਾਰਬਨ ਤੋਂ ਇਹਨੇ ਇਲੈਕਟ੍ਰੋਨ ਵਿਦਡਰਾ ਕਰ ਰਹੇ ਨੇ ਤਾਂ ਕਾਰਬਨ ਦੇ ਉੱਪਰ ਡੈਲਟਾ ਪੋਜ਼ਿਟਿਵ ਚਾਰਜ ਕੀ ਹੋ ਜਾਏਗਾ ਡਿਵੈਲਪ ਹੋ ਜਾਏਗਾ ਐਂਡ that in turn will withdraw the electron from the hydrogen and देखो हाइड्रोजन की आ जाएगा कार्बन के पास आ जाएगा so that means carbon and hydrogen का bond जो further that will also get strength हो जाएगा k वैल्यू बढ़ जाएगी तो frequency की हो जाएगी उसकी increase हो जाएगी तो ਇੱਥੇ जो थोड़ा a option है ਤੇ b option ਇੱਥੇ ਕੀ ਲਿਖਿਆ ਹੈ lower energy that means lower frequency so that are the wrong options C option ਚ ਦੇਖੋ ਕੀ ਹੈ ਕਿ ਜਦੋਂ ਕਹਿੰਦੇ ਮੋਲੀਕਿਊਲ ਬਣਿਆ ਇੱਕ ਨਵਾਂ ਬੈਂਡ ਅਪੀਅਰ ਹੋਏਗਾ ਮਰਕਰੀ ਤੇ ਸਲਫਰ ਬੌਂਡ ਕਰਕੇ ਬਿਲਕੁਲ ਸਹੀ ਹੈ ਕਿ ਜੋ ਤੁਹਾਡਾ ਮਰਕਰੀ ਐਂਡ ਜੋ ਸਲਫਰ ਦੇ ਵਿੱਚ ਇੱਕ ਕੋਆਰਡੀਨੇਟ ਬੌਂਡ ਬਣਿਆ ਹੈ ਕੋਰਸਪੋਂਡਿੰਗ ਟੂ that you will get a new band ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C option question number 122 proton decoupled proton decoupled ਦਾ ਮਤਲਬ ਪਹਿਲਾਂ ਹੀ ਦੱਸਿਆ ਹੈ ਕਿ ਤੁਸੀਂ ਹੁਣ ਇੱਥੇ ਜੋ ਪ੍ਰੋਟੋਨ ਦੇ ਕਰਕੇ ਜੋ ਸਿਗਨਲ ਦੀ ਸਪਲਿਟਿੰਗ ਹੈ ਉਸ ਨੂੰ ਕੰਸੀਡਰਡ ਨਹੀਂ ਕਰਨਾ ਤਾਂ ਕੀ ਕੁਐਸਚਨ ਗਿਵਨ ਹੈ ਕਹਿੰਦੇ ਐਸੀਟੋਨ ਦੇ ਵਿੱਚ ਕਿੰਨੇ ਸਿਗਨਲ ਆਣਗੇ that means ਆਪਾਂ ਕੀ ਚੈੱਕ ਕਰਨਾ ਹੈ ਕਿ ਟੋਟਲ ਨੰਬਰ ਆਫ ਡਿਫਰੈਂਟ ਟਾਈਪ ਆਫ ਕਾਰਬਨ ਕਿੰਨੇ ਪ੍ਰੈਜ਼ੈਂਟ ਹੈ ਦੇਖੋ ਦੋਨੋਂ ਮਿਥਾइल ਕਾਰਬਨ ਇੱਕੋ ਜਿਹੇ ਨਹੀਂ ਤਾਂ ਦੋਨੋਂ ਇੱਕ ਸਿਗਨਲ ਪ੍ਰੋਡਿਊਸ ਕਰਨਗੇ ਐਂਡ ਕਾਰਬੋਨਿਲ ਕਾਰਬਨ ਡਿਫਰੈਂਟ ਹੈ that will produce a another signal ਤਾਂ ਟੋਟਲ ਤੁਹਾਡੇ ਕੋਲ ਕਿੰਨੇ ਸਿਗਨਲ ਮਿਲਣਗੇ ਕਾਰਬਨ 13 NMR ਦੇ ਵਿੱਚ ਦੋ ਸਿਗਨਲ ਕਾਰਬਨ 30 NMR ਦੇ ਵਿੱਚ ਕੀ ਦੇਖਣਾ ਹੁੰਦਾ ਹੈ ਤੁਸੀਂ ਪ੍ਰੋਟੋਨ ਡੀਕਪਲ ਦੇ ਵਿੱਚ ਕਿ ਟੋਟਲ ਡਿਫਰੈਂਟ ਟਾਈਪਸ ਆਫ ਕਾਰਬਨ ਕਿੰਨੇ ਪ੍ਰੈਜ਼ੈਂਟ ਜਿੰਨੇ ਤਰ੍ਹਾਂ ਦੇ ਡਿਫਰੈਂਟ ਕਾਰਬਨ ਪ੍ਰੈਜ਼ੈਂਟ ਹੋਣਗੇ ਤੁਹਾਡੇ ਕੋਲ ਓਨੇ ਹੀ ਤਰ੍ਹਾਂ ਦੇ ਸਿਗਨਲ ਤੁਹਾਨੂੰ obtained ਹੋਣਗੇ ਕੁਐਸਚਨ ਨੰਬਰ 123 NMR ਸਪੈਕਟਰਾ ਦੇਖਣਾ ਹੈ ਦਿਸ ਬੰਦਾ ਦੇਖੋ ਇਹਦੇ ਵਿੱਚ ਕੀ ਹੈ ਤੁਹਾਡੇ ਕੋਲ ਆਹ ਸਟਰਕਚਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਆਹ ਵਾਲਾ ਹਾਈਡਰੋਜਨ ਹੈ ਇਹਦਾ ਜੋ ਸਿਗਨਲ ਆਏਗਾ ਇੱਕ that is due the splitting of the neighboring two protons ਤਾਂ ਇਸ ਹਾਈਡਰੋਜਨ ਦਾ ਜੋ ਸਿਗਨਲ ਹੈ ਉਹ ਕੀ ਆਏਗਾ ਤੁਹਾਡਾ ਟ੍ਰਿਪਲੇਟ ਆਏਗਾ by using the rule 2ni plus 1 already ਤੁਹਾਨੂੰ ਪਹਿਲਾਂ ਸਿਖਾਇਆ ਹੋਇਆ ਹੈ and for this CH2 group ਇਹਦਾ ਸਿਗਨਲ ਕੀ ਆਏਗਾ ਇਸ ਹਾਈਡਰੋਜਨ ਕਰਕੇ ਕੀ ਆਏਗਾ ਨੇਬਰ ਗਰੁੱਪ ਕਰਕੇ ਆਏਗਾ ਡਬਲੇਟ ਆਏਗਾ that means ਤੁਹਾਨੂੰ ਇੱਕ ਡਬਲੇਟ ਮਿਲੇਗਾ ਇੱਕ ਟ੍ਰਿਪਲੇਟ ਮਿਲੇਗਾ ਤਾਂ 123 ਦਾ ਆਨਸਰ ਕੀ ਆਏਗਾ ਤੁਹਾਡਾ C option 124 that is from ESR ਕਹਿੰਦੇ CH3 radical ਹੈ ਤਾਂ CH3 radical ਲਈ ਤੁਹਾਨੂੰ ਕੀ obtained ਹੋਏਗਾ ਦੇਖੋ CH3 radical ਹੈ ਤਾਂ ਦੇਖੋ ਆਪਾਂ ਫਾਰਮੂਲਾ ਲਗਾਉਂਦੇ ਹਾਂ 2
n ਕਿੰਨੇ ਨੇ ਇੱਥੇ ਟੋਟਲ 3 ਨੇ, 3 ਹਾਈਡਰੋਜਨ ਸਿਗਨਲ ਨੂੰ ਸਪਲਿਟ ਕਰਨਗੇ ਪਲੱਸ I ਵੈਲਿਊ ਕਿੰਨੀ ਹੁੰਦੀ ਹੈ ਹਾਈਡਰੋਜਨ ਲਈ ਹਾਫ ਪਲੱਸ 1। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਟੋਟਲ ਕਿੰਨੇ ESR ਸਿਗਨਲ ਮਿਲਣਗੇ ਤੁਹਾਨੂੰ 4 ਸਿਗਨਲ ਮਿਲਣਗੇ। ਐਂਡ ਐਸ ਪਰ ਦਾ ਪਾਸਕਲ ਰੂਲ ਇਹਨਾਂ ਚਾਰਾਂ ਸਿਗਨਲ ਦੀ ਜੋ ਇੰਟੈਂਸਿਟੀ ਰੇਸ਼ੋ ਹੋਏਗੀ ਉਹ ਕਿੰਨੀ ਹੋਏਗੀ 1:3:3:1 that is by Pascal's rule, that is by Pascal's rule ਜੋ ਕਿ ਆਪਾਂ ESR ਸਪੈਕਟ੍ਰੋਸਕੋਪੀ ਆਪਣੀ ਥਿਊਰੀ ਕਲਾਸ ਦੇ ਵਿੱਚ ਡਿਟੇਲ ਦੇ ਵਿੱਚ ਕੀਤਾ ਹੈ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਧਿਆਨ ਰੱਖਣਾ ਇੱਥੇ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਦੇਖੋ ਇੰਟੈਂਸਿਟੀ ਸੇਮ ਕਦੋਂ ਰਹਿੰਦੀ ਹੈ ਜਦੋਂ ਨੰਬਰ ਆਫ ਐਟਮਸ ਕਿੰਨੇ ਹੁੰਦੇ ਨੇ 1। ਤਾਂ ਉਦੋਂ ਉਸ ਕੇਸ ਦੇ ਵਿੱਚ ਜੋ ਜਿੰਨੀਆਂ ਵੀ ਇੰਟੈਂਸਿਟੀਜ਼ ਆਉਂਦੀਆਂ ਨੇ ਉਹ ਸਾਰੀਆਂ 1:1:1 ਆਉਂਦੀਆਂ ਨੇ। ਬਟ ਜਦੋਂ ਨੰਬਰ ਆਫ ਐਟਮਸ ਆਰ ਮੋਰ ਦੈਨ 1 ਇੱਕ ਤੋਂ ਜ਼ਿਆਦਾ ਹੁੰਦੇ ਨੇ ਤਾਂ ਕਦੇ ਵੀ ਇੰਟੈਂਸਿਟੀ ਜੋ ਹੈ ਤੁਹਾਡੀ 1:1:1 ਨਹੀਂ ਰਹਿੰਦੀ। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਕੁਐਸਚਨ ਨੰਬਰ 125 ਅਗੇਨ ਫਰੋਮ ESR ਸਪੈਕਟ੍ਰੋਸਕੋਪੀ ਕਹਿੰਦੇ ਜੋ ਤੁਹਾਡਾ ESR ਸਪੈਕਟਰਮ ਹੈ ਉਹ ਹਾਈ ਸਪਿਨ ਕੰਪਲੈਕਸ ਰਿਕਾਰਡ ਕੀਤਾ ਗਿਆ ਤਾਂ ਉਹਦਾ ਦੱਸੋ ਕਿੰਨੇ ਸਿਗਨਲ ਸ਼ੋ ਕਰੇਗਾ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮੈਂਗਨੀਜ਼ ਹੈ that is +2 ਆਕਸੀਡੇਸ਼ਨ ਸਟੇਟ ਤੁਹਾਨੂੰ ਗਿਵਨ ਵੀ ਹੈ that is 3d5। 3d5 ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਜੋ ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ ਨੇ ਉਹ ਕਿੰਨੇ ਨੇ ਤੁਹਾਡੇ ਟੋਟਲ ਅਨਪੇਅਰਡ ਇਲੈਕਟ੍ਰੋਨ ਕਿੰਨੇ ਨੇ 5 ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਨੇ ਹੈਨਾ। ਤਾਂ ਹੁਣ ਦੇਖੋ ਇੱਕ ਇਲੈਕਟ੍ਰੋਨ ਕਰਕੇ ਆਪਾਂ ਜੋ ਸਿਗਨਲ ਆਂਦਾ ਹੈ ਉਹ ਕਿੰਨਾ ਕੈਲਕੂਲੇਟ ਕਰਦੇ ਹਾਂ 2 n ਮਤਲਬ ਮੈਂਗਨੀਜ਼ ਕਿੰਨੇ ਨੇ 1 I ਵੈਲਿਊ ਕਿੰਨੀ ਗਿਵਨ ਹੈ ਤੁਹਾਡੀ 5/2 ਪਲੱਸ 1। ਤਾਂ 2 ਨਾਲ ਦੇਖੋ 2 ਕੈਂਸਲ ਤਾਂ ਕਿੰਨੀਆਂ ਇੱਕ ਇਲੈਕਟ੍ਰੋਨ ਕਰਕੇ ਤੁਹਾਨੂੰ 6 ਲਾਈਨਸ ਮਿਲਣਗੀਆਂ ਐਂਡ ਟੋਟਲ ਨੰਬਰ ਆਫ ਅਨਪੇਅਰਡ ਇਲੈਕਟ੍ਰੋਨ ਕਿੰਨੇ ਨੇ 5। ਤਾਂ ਇੱਕ ਇਲੈਕਟ੍ਰੋਨ 6 ਲਾਈਨਸ ਨੂੰ ਕਨਸਟੀਟਿਊਟ ਕਰਦਾ ਹੈ ਤਾਂ 5 ਇਲੈਕਟ੍ਰੋਨ ਕਿੰਨੀਆਂ ਲਾਈਨਸ ਨੂੰ ਪ੍ਰੋਡਿਊਸ ਕਰਨਗੇ ਟੋਟਲ 30 ਲਾਈਨਸ ਵਿਲ ਬੀ ਪ੍ਰੋਡਿਊਸ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। ਜੋ ਦੇਖੋ ਆਹ 5 ਦੇਖੋ ਕੀ ਹੈ ਤੁਹਾਡਾ ਜੋ ਇਹ 30 ਲਾਈਨਸ ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਤੁਹਾਡੀਆਂ ਹਾਈਪਰ ਫਾਈਨ ਲਾਈਨਸ। these are known as your hyper fine lines and total ਜੋ ਤੁਹਾਨੂੰ ਸਿਗਨਲ ਮਿਲਨੇ ਸੀ ਉਹ ਟੋਟਲ ਸਿਗਨਲਸ ਕਿੰਨੇ ਮਿਲਨੇ ਸੀ 5 ਸਿਗਨਲ ਮਿਲਨੇ ਸੀ corresponding to your 5 unpaired electron ਤਾਂ ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡੇ ਫਾਈਨ ਲਾਈਨ। ਦੇਖੋ ਇਹ ਸਾਰੇ ਕਨਸੈਪਟ ਆਪਾਂ ESR ਸਪੈਕਟ੍ਰੋਸਕੋਪੀ ਦੀਆਂ ਥਿਓਰੈਟੀਕਲ ਕਲਾਸਿਸ ਦੇ ਵਿੱਚ ਡਿਸਕਸ ਕੀਤੇ ਹੋਏ ਨੇ ਤੇ ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸਮਝਣਾ ਹੈ। ਕੁਐਸਚਨ ਬਹੁਤ ਹੀ ਜ਼ਿਆਦਾ ਈਜ਼ੀ ਹੁੰਦੇ ਨੇ ਸਪੈਕਟ੍ਰੋਸਕੋਪੀ ਦੇ ਬਸ ਤੁਸੀਂ ਕਨਸੈਪਟ ਨੂੰ ਸਮਝਣਾ ਹੈ। Question number 126 Mossberg spectrum of pentacarbonyl iron shows। देखो ਇਹਦੇ ਵਿੱਚ ਧਿਆਨ ਨਾਲ ਸਮਝੋ ਇਹ ਪੈਂਟਾ 5 ਦੇਖੋ ਕੋਆਰਡੀਨੇਸ਼ਨ ਨੰਬਰ 5 ਹੈ so it is neither perfect tetrahedral nor octahedral। ਨਾ ਤਾਂ ਇਹ perfect tetrahedral ਹੈ ਨਾ ਹੀ octahedral ਹੈ। ਤਾਂ ਇਸ ਤਰ੍ਹਾਂ ਦੇ ਕੰਪਲੈਕਸ ਜੋ ਕਿ ਤੁਹਾਡੇ ਟੈਟਰਾਹੈਡਰਲ ਜਾਂ octahedral ਨਹੀਂ ਹੁੰਦੇ ਤਾਂ ਉਹਨਾਂ ਦੇ ਵਿੱਚ ਕੀ ਹੁੰਦੀ ਹੈ axial symmetry present ਹੁੰਦੀ ਹੈ that means ਉਹਨਾਂ ਕੋਲ ਕੀ ਹੁੰਦਾ ਹੈ proper ligand ਆਪਾਂ ਇਲੈਕਟ੍ਰੋਨਿਕ ਜਾਂ ligand symmetry present ਨਹੀਂ ਹੈ spherical symmetry present ਨਹੀਂ ਹੁੰਦੀ ਇਹਨਾਂ ਕੋਲ axial symmetry present ਹੁੰਦੀ ਹੈ ਐਂਡ ਜਿਨ੍ਹਾਂ ਕੇਸਾਂ ਦੇ ਵਿੱਚ ਤੁਹਾਡਾ axial symmetry present ਹੁੰਦੀ ਹੈ ਤਾਂ ਆਪਾਂ ਨੂੰ ਕਿੰਨੇ ਸਿਗਨਲ ਮਿਲਦੇ ਨੇ ਡਬਲੈਟ ਮਿਲਦਾ ਹੈ ਉੱਥੇ ਆਪਾਂ ਨੂੰ ਕੀ ਮਿਲਦਾ ਹੈ ਤੁਹਾਡਾ ਡਬਲੈਟ ਮਿਲਦਾ ਹੈ। ਤਾਂ ਇੱਥੇ ਆਨਸਰ ਕੀ ਆਊਗਾ ਤੁਹਾਡਾ ਬੀ ਆਪਸ਼ਨ। ਦੇਖੋ ਧਿਆਨ ਕੀ ਰੱਖਣਾ ਹੈ ਅਗਰ ਤੁਹਾਡਾ ligand spherical symmetry है ligand ਦੀ ਅਗਰ spherical symmetry है and ਅਗਰ ਇਲੈਕਟ੍ਰੋਨ ਜੋ ਤੁਸੀਂ ਡਿਸਟ੍ਰੀਬਿਊਟ ਕੀਤੇ ਨੇ ਉਹ ਵੀ spherically symmetrical ਨੇ ਤਾਂ ਤੁਹਾਨੂੰ ਹਮੇਸ਼ਾ ਇੱਕ ਹੀ ਸਿਗਨਲ ਮਿਲੇਗਾ ਬਟ ਅਗਰ ਦੋਨਾਂ ਵਿੱਚੋਂ ਇੱਕ ਵੀ ਤੁਹਾਡਾ ਐਕਸੀਅਲ ਹੋ ਗਿਆ ਤਾਂ ਤੁਹਾਡੇ ਕੋਲ ਜੋ ਸਿਗਨਲ ਆਣਗੇ ਉਹ ਕਿੰਨੇ ਆਣਗੇ ਦੋ ਆਣਗੇ due to quadrupole splitting due to quadrupole splitting। ਤਾਂ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਕੁਐਸਚਨ ਨੰਬਰ ਦੇਖੋ 127 ਅਗੇਨ ਤੁਹਾਡਾ ਮੋਸਬੈਰ ਦਾ ਹੈ ਇੱਥੇ ਤੁਸੀਂ ਚੈੱਕ ਕਰੋਗੇ ਆਇਰਨ ਇਜ਼ ਇਨ +3 ਆਕਸੀਡੇਸ਼ਨ ਸਟੇਟ +3 ਮਤਲਬ 3d5 ਐਂਡ ਸਾइनाइड ਹੈ ਸਟਰੋਂਗ ਫੀਲਡ ਹੈ ਤਾਂ ਤੁਸੀਂ ਦੇਖੋਗੇ ਨੀਚੇ ਪੇਅਰਿੰਗ ਹੋਏਗੀ ਤਾਂ ਜਦੋਂ ਤੁਸੀਂ ਪੇਅਰਿੰਗ ਕੀਤੀ ਤਾਂ ਤੁਸੀਂ ਦੇਖ ਸਕਦੇ ਹੋ that is ਜਾਂ axial symmetry that is not a spherical electronic symmetry ਕਿਉਂਕਿ ਅਗਰ ਇੱਥੇ 6 ਇਲੈਕਟ੍ਰੋਨ ਹੁੰਦੇ that will be your spherical electronic symmetry ਬਟ ਇੱਥੇ ਤੁਹਾਡੇ ਜੋ ਇਲੈਕਟ੍ਰੋਨ ਨੇ ਉਹ ਬਿਲਕੁਲ spherical symmetry ਦੇ ਨਾਲ present ਨਹੀਂ ਹੈਗੇ ਇੱਥੇ distribution uneven ਹੈ ਤਾਂ that is the presence of your axial symmetry। ਅਗਰ ਇੱਥੇ axial ਹੋਏਗਾ ਤਾਂ ਸਿਗਨਲ ਕਿੰਨੇ ਆਣਗੇ ਤੁਹਾਡੇ ਕੋਲ ਇੱਕ ਡਬਲੈਟ ਆਏਗਾ ਤਾਂ 127 ਦਾ ਆਨਸਰ ਕੀ ਆਏਗਾ ਤੁਹਾਡੇ ਕੋਲ ਸੀ ਆਪਸ਼ਨ। ਬਸ ਤੁਸੀਂ ਮੋਸਬੈਰ ਦੇ ਵਿੱਚ ਆਹ ਨਿੱਕੀਆਂ ਜਿਹੀਆਂ ਦੋ ਤਿੰਨ ਗੱਲਾਂ ਨੂੰ ਧਿਆਨ 'ਚ ਰੱਖਣਾ ਹੁੰਦਾ ਹੈ ਉਸਦੇ ਅਕੋਰਡਿੰਗ ਤੁਸੀਂ ਸਿਗਨਲ ਆਪਣੇ ਦੱਸ ਸਕਦੇ ਹੋ।
क्वेश्चन नंबर 128 कहते यूवी स्पैक्ट्रम ऑफ एसिटाइलडिहाइड है। ध्यान रखना, देखो एसिटाइलडिहाइड की है थोड़ा दिस स्ट्रक्चर ਤਾਂ ਇਹਦੇ ਕੋਲ ਦੇਖੋ ਕੀ ਹੈ ਪਾਈ ਬੌਂਡ ਹੈ ਤਾਂ ਇਹ ਪਾਈ ਟੂ ਪਾਈ ਸਟਾਰ ਟ੍ਰਾਂਜੀਸ਼ਨ ਸ਼ੋ ਕਰ ਸਕਦਾ ਹੈ that is possible। ऑक्सीजन को लोन पेयर नहीं मतलब नॉन बॉन्डिंग इलेक्ट्रॉन नहीं तो नॉन बॉन्डिंग तो पाई स्टार ट्रांजिशंस आर आल्सो पॉसिबल। ਤਾਂ ਇਹਦੇ ਕੋਲ ਦੋ ਤਰ੍ਹਾਂ ਦੀਆਂ ਟ੍ਰਾਂਜੀਸ਼ਨ ਪੋਸੀਬਲ ਨਹੀਂ ਤਾਂ ਆਨਸਰ ਕੀ ਆਏਗਾ ਤੁਹਾਡੇ ਕੋਲੇ ਡੀ ਆਪਸ਼ਨ। क्वेश्चन नंबर 129 द इलेक्ट्रॉनिक एब्जॉर्प्शन स्पेक्ट्रम ऑफ सल्फेट शोज। देखो सल्फेट है सल्फर को देखो 6 इलेक्ट्रॉन थी 6 ਦੇ 6 ਇਲੈਕਟ੍ਰੋਨ ਉਹ ਆਲਰੇਡੀ ਸ਼ੇਅਰ ਕਰ ਚੁੱਕਿਆ ਹੈ ਨਾ। ਤਾਂ ਹੁਣ ਉਹ ਪੁੱਛ ਰਹੇ ਨੇ ਜੋ ਇਲੈਕਟ੍ਰੋਨਿਕ ਅਬਜ਼ੌਰਪਸ਼ਨ ਸਪੈਕਟਰਮ ਹੈ ਉਹ ਕਿਸ ਚੀਜ਼ ਕਰਕੇ ਆਏਗਾ। ਤਾਂ ਇਹਦੇ ਵਿੱਚ ਦੇਖੋ ਕੀ ਹੈ ਜੋ ਤੁਹਾਡੇ ਕੋਲ ਆਕਸੀਜਨ ਸਾਈਡ ਬਾਈ ਅਟੈਚ ਨੇ ਦੇ ਹੈਵ ਐਨ ਐਕਸਟਰਾ ਇਲੈਕਟ੍ਰੋਨ ਉਹਨਾਂ ਕੋਲ ਲੋਨ ਪੇਅਰ ਪ੍ਰੈਜ਼ੈਂਟ ਨੇ ਐਂਡ ਉਹ ਲੋਨ ਪੇਅਰ ਕੀ ਕਰ ਸਕਦੇ ਨੇ ਸਲਫਰ ਦੇ ਜੋ ਡੀ ਆਰਬਿਟਲ ਪ੍ਰੈਜ਼ੈਂਟ ਨੇ ਉਹਦੇ ਵਿੱਚ ਚਾਰਜ ਟ੍ਰਾਂਸਫਰ ਕਰ ਸਕਦੇ ਨੇ ਇਲੈਕਟ੍ਰੋਨ ਨੂੰ ਟ੍ਰਾਂਸਫਰ ਕਰ ਸਕਦੇ ਨੇ। ਸੋ that is due to the one oxygen to sulfur charge transfer band that means ਇੱਥੇ ਕੀ ਹੁੰਦਾ ਹੈ ਤੁਹਾਡਾ ਜੋ ਆਕਸੀਜਨ ਹੈ ਸਲਫਰ ਨੂੰ ਚਾਰਜ ਟ੍ਰਾਂਸਫਰ ਕਰਦਾ ਹੈ to show your electronic absorption spectrum। ਤਾਂ 129 ਦਾ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। ਇਹਦੇ ਵਿੱਚ ਕੀ ਹੈ ਆਕਸੀਜਨ ਆਪਣੇ ਜੋ ਇਲੈਕਟ੍ਰੋਨ ਨੇ ਉਹ ਤੁਹਾਡੇ ਸਲਫਰ ਦੇ ਵਿੱਚ ਕੋਆਰਡੀਨੇਟ ਕਰਦਾ ਹੈ ਜਿੱਦਾਂ ਕਿ ਤੁਹਾਡਾ KMnO4 ਹੋ ਗਿਆ ਜਾਂ ਤੁਹਾਡਾ K2Cr2O7 ਹੋ ਗਿਆ ਜਿਵੇਂ ਇਹਨਾਂ ਵਿੱਚ ਤੁਹਾਡਾ ਚਾਰਜ ਟ੍ਰਾਂਸਫਰ ਸ਼ੋ ਹੁੰਦਾ ਹੈ ਉਸੇ ਤਰ੍ਹਾਂ ਤੁਹਾਡੇ ਸਲਫੇਟ ਦੇ ਵਿੱਚ ਚਾਰਜ ਟ੍ਰਾਂਸਫਰ ਦੇ ਨਾਲ ਇਹ ਅਬਜ਼ੌਰਪਸ਼ਨ ਸਪੈਕਟਰਮ ਨੂੰ ਸ਼ੋ ਕਰਦਾ ਹੈ। क्वेश्चन नंबर 130 that is from your NQR spectrum। NQR ਦੇ ਵਿੱਚ ਪੁੱਛ ਰਹੇ ਨੇ ਤੁਹਾਡਾ given ਹੈ CH3Br ਤੁਹਾਡੇ ਕੋਲ given ਹੈ in its solid state। ਕਹਿੰਦੇ ਜੋ ਤੁਹਾਡਾ 79 bromine isotope ਹੈ ਉਹ ਕਿੰਨੇ ਸਿਗਨਲ ਤੁਹਾਡੇ ਕੀ ਕਰੇਗਾ ਪ੍ਰੋਡਿਊਸ ਕਰੇਗਾ। I ਵੈਲਿਊ ਕਿੰਨੀ ਹੈ ਤੁਹਾਡੀ 3/2 so corresponding to I equal to 3/2 ਤੁਹਾਡੇ ਕੋਲ ਜੋ MI ਵੈਲਿਊਜ਼ ਬਣਨਗੀਆਂ that are your plus minus half and plus minus 3/2। ਸੋ ਦੇਖੋ ਪਲੱਸ ਮਾਈਨਸ ਹਾਫ ਐਂਡ ਪਲੱਸ ਮਾਈਨਸ 3/2 ਮਤਲਬ ਤੁਹਾਡੇ ਕੋਲ ਦੋ ਡੀਜਨਰੇਟ ਲੈਵਲ ਬਣ ਰਹੇ ਨੇ there are two degenerate level and corresponding to that only one transition is possible। ਇੱਥੇ ਆਨਸਰ ਕੀ ਆਏਗਾ ਤੁਹਾਡਾ 1 NQR signal। ਆਨਸਰ ਕੀ ਆਏਗਾ ਤੁਹਾਡਾ 1 NQR signal। क्वेश्चन नंबर 131 ਕਹਿੰਦੇ ਜੋ 14 NQR spectrum ਹੈ of this one will show ਕੀ ਕਰੇਗਾ। ਦੇਖੋ ਧਿਆਨ ਨਾਲ ਸਮਝੋ ਸਭ ਤੋਂ ਪਹਿਲਾਂ ਇਹ ਕੀ ਹੈ ਤੁਹਾਡਾ ਆਇਨਿਕ ਸੋਲਿਡ ਹੈ ਤਾਂ ਜੋ ਤੁਹਾਡੇ ਆਇਨਿਕ ਸੋਲਿਡ ਹੁੰਦੇ ਨੇ ਉਹ ਤੁਹਾਡਾ NQR ਸਪੈਕਟਰਮ ਨੂੰ ਸ਼ੋ ਨਹੀਂ ਕਰਦੇ ਇਸ ਕਰਕੇ ਇੱਥੇ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ no NQR signal no NQR signal। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। क्वेश्चन नंबर 46 the molar conductivity of a strong electrolyte। देखो कंडक्टिविटी किस करके आंदी है आयंस करके ना जिन्ने ज्यादा आयंस होंगे उन्नी ही ज्यादा कंडक्टेंस या कंडक्टिविटी की होएगी ਤੁਹਾਡੀ ज्यादा होएगी। देखो जो स्ट्रॉन्ग इलेक्ट्रोलाइट ਹੁੰਦਾ ਹੈ ਉਹ 100% ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਹਾਡੇ ਜੋ ਸੋਲੂਸ਼ਨ ਦੇ ਵਿੱਚ ਡਿਸੋਸੀਏਟ ਕਰਦਾ ਹੈ ਤਾਂ ਚਾਹੇ ਡਿਲੂਸ਼ਨ ਕਰੋ ਚਾਹੇ ਨਾ ਕਰੋ उसने ਤਾਂ 100% डिसोशिएट होना ही होना है। that means dilution ਕਰਨ ਤੇ strong electrolyte ਦੇ ਉੱਪਰ molar conductivity ਦਾ ਕੋਈ ਖਾਸਾ ਫਰਕ ਨਹੀਂ ਪੈਂਦਾ ਤਾਂ ਆਨਸਰ ਕੀ ਆਊਗਾ ਤੁਹਾਡਾ ਬੀ ਆਪਸ਼ਨ। ਬਟ ਹਾਂ ਅਗਰ ਇੱਥੇ ਕੁਐਸਚਨ ਚ ਵਿੱਚ ਲਿਖਿਆ ਹੁੰਦਾ ਤੁਹਾਡਾ ਵੀਕ ਇਲੈਕਟ੍ਰੋਲਾਈਟ ਤਾਂ ਦੇਖੋ ਜੋ ਤੁਹਾਡੇ ਵੀਕ ਇਲੈਕਟ੍ਰੋਲਾਈਟ ਹੁੰਦੇ ਨੇ ਉਹ ਤੁਹਾਡੇ ਲੈਸ डिसोशिएट ਕਰਦੇ ਨੇ ਤਾਂ ਕਰਕੇ ਕੀ ਹੁੰਦਾ ਹੈ ਜਦੋਂ ਤੁਸੀਂ ਅਗਰ ਉਹਦੇ ਵਿੱਚ ਡਾਈਲੂਸ਼ਨ ਕਰੋਗੇ ਤਾਂ ਵੀਕ ਇਲੈਕਟ੍ਰੋਲਾਈਟ ਦੀ ਡਾਈਲੂਸ਼ਨ ਕਰਨ ਤੇ ਉਸਦੀ ਜੋ ਮੋਲਰ ਕੰਡਕਟਿਵਿਟੀ ਹੈ ਉਹ ਇਨਕਰੀਜ਼ ਕਰੇਗੀ ਦੈਨ ਇੱਥੇ ਆਨਸਰ ਕੀ ਆਣਾ ਸੀ ਤੁਹਾਡਾ ਸੀ ਆਪਸ਼ਨ ਆਣਾ ਸੀ। ਤਾਂ ਤੁਸੀਂ ਧਿਆਨ ਨਾਲ ਮਤਲਬ ਨੂੰ ਸਮਝਣਾ ਹੈ ਕਿ ਤੁਹਾਨੂੰ ਕੁਐਸਚਨ ਚ ਸਟਰੋਂਗ ਇਲੈਕਟ੍ਰੋਲਾਈਟ ਗਿਵਨ ਹੈ ਜਾਂ ਵੀਕ ਇਲੈਕਟ੍ਰੋਲਾਈਟ ਗਿਵਨ ਹੈ। क्वेश्चन नंबर 47 stronger the oxidizing agent greater is the। देखो oxidizing agent ਦਾ ਕੰਮ ਕੀ ਹੁੰਦਾ ਦੂਜੇ ਨੂੰ ਇਨਫਲੂਐਂਸ ਕਰਨਾ ਤਾਂ oxidizing agent ਦਾ ਮਤਲਬ ਦੂਸਰੇ ਨੂੰ ਆਕਸੀਡਾਈਜ਼ ਕਰਨਾ ਹੈ ਖੁਦ ਨੂੰ ਰਿਡਿਊਸ ਕਰਨਾ ਹੈ। that means ਖੁਦ ਦਾ ਅਗਰ ਰਿਡਕਸ਼ਨ ਹੋ ਰਿਹਾ ਹੈ that means ਉਹਦਾ ਕੀ ਹੈ ਰਿਡਕਸ਼ਨ ਪੋਟੈਂਸ਼ੀਅਲ ਕੀ ਹੈ ਜ਼ਿਆਦਾ ਹੈ ਤਾਂ 47 ਦਾ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 48 the enzyme that can catalyze the conversion of glucose to ethanol। देखो ये चीज ध्यान से रखनी है ਇਸ ਦੇ ਲਈ ਆਪਾਂ ਯੂਜ਼ ਕਰਦੇ ਹਾਂ ਤੁਹਾਡਾ ਜ਼ਾਈਮੇਜ਼ ਕੈਟਲਿਸਟ ਹੈ ਨਾ ਜੋ ਇਨਵਰਟੇਜ਼ ਹੁੰਦਾ ਹੈ ਉਹ ਤੁਹਾਡੇ ਸੁਕਰੋਜ਼ ਨੂੰ ਇਨਵਰਟੇਜ਼ ਕੀ ਕਰਦਾ ਹੈ ਤੁਹਾਡੇ ਸੁਕਰੋਜ਼ ਨੂੰ
ਗਲੂਕੋਜ਼ ਪਲੱਸ ਫਰਕਟੋਜ਼ ਦੇ ਵਿੱਚ ਕਨਵਰਟ ਕਰਦਾ ਹੈ। that will convert your glucose to ਸੁਕਰੋਜ਼ ਟੂ ਗਲੂਕੋਜ਼ ਪਲੱਸ ਫਰਕਟੋਜ਼। ਜੋ ਤੁਹਾਡਾ ਡਾਈਟੇਜ਼ ਹੁੰਦਾ ਹੈ ਉਹ ਕੀ ਕਰਦਾ ਹੈ, ਤੁਹਾਡਾ ਸਟਾਰਚ ਨੂੰ ਕਨਵਰਟ ਕਰਦਾ ਹੈ ਮਾਲਟੇਜ਼ ਦੇ ਵਿੱਚ। ਕਾਹਦੇ ਵਿੱਚ ਕਨਵਰਟ ਕਰਦਾ ਹੈ? ਸਟਾਰਚ ਨੂੰ ਤੁਹਾਡੇ ਮਾਲਟੋਜ਼ ਦੇ ਵਿੱਚ ਕਨਵਰਟ ਕਰਦਾ ਹੈ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਇੱਥੇ ਆਨਸਰ ਕੀ ਆਏਗਾ ਤੁਹਾਡਾ? ਜੋ ਗਲੂਕੋਜ਼ ਨੂੰ ਇਥੇਨੋਲ ਵਿੱਚ ਕਨਵਰਟ ਕਰਦਾ ਹੈ that is your zymates। Question number 49, half life for the decomposition of a substance in CCl4 is 2.5 hours at 30 degrees Celsius. How much of the substance will be left after 10 hours if the initial weight of the substance is 160 gram? ਤਾਂ ਦੇਖੋ ਇਹ that is question of your first order kinetics। ਤਾਂ ਇਹਦੇ ਵਿੱਚ ਦੇਖੋ ਕੀ ਹੁੰਦਾ ਹੈ, concentration after n half life। ਅਗਰ n half life ਬੀਤ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਜੋ concentration ਰਹਿੰਦੀ ਹੈ ਉਹ ਕਿੰਨੀ ਰਹਿੰਦੀ ਹੈ ਤੁਹਾਡੀ? n naught by 2 की power n। ਦੇਖੋ ਹਾਫ ਲਾਈਫ ਕਿੰਨਾ ਦਿੱਤੀ ਹੈ? 2.5 ਹੈ ਨਾ। ਆਪਾਂ ਨੂੰ 10 ਘੰਟੇ ਬਾਅਦ ਪੁੱਛ ਰਹੇ ਨੇ, ਮਤਲਬ ਕੀ ਹੈ? 4 ਗੁਣਾ ਹੋ ਗਿਆ 10 ਘੰਟੇ ਮਤਲਬ n, ਮਤਲਬ ਕਿੰਨੀਆਂ ਹਾਫ ਲਾਈਫ ਬੀਤ ਗਈਆਂ ਟੋਟਲ ਤੁਹਾਡੀਆਂ? 4 ਹਾਫ ਲਾਈਫ ਬੀਤ ਗਈਆਂ। 2.5 2.5 2.5 2.5 ਤਾਂ ਕੰਬਾਈਨ ਕਰ ਦੋਗੇ 10 ਘੰਟੇ ਬਣ ਗਏ। that means total ਜੋ 4 ਹਾਫ ਲਾਈਫ ਬੀਤ ਚੁੱਕੀਆਂ ਨੇ, ਹੈ ਨਾ, that is equals to ਦੇਖੋ n ਸਟਾਰਟਿੰਗ ਕਿੰਨਾ ਦਿੱਤਾ ਹੈ? 160 ਗ੍ਰਾਮ divided by 2 की पावर n, n कितना दिता है? 4। तो 2 पावर 4 कितना ਹੁੰਦਾ है? 16। ਤਾਂ 160 by 16 ਕਿੰਨਾ ਆਨਸਰ ਆ ਜਾਏਗਾ ਤੁਹਾਡਾ? 10 ਗ੍ਰਾਮ। ਤਾਂ ਆਨਸਰ ਕੀ ਆ ਜਾਏਗਾ 49 ਦਾ ਤੁਹਾਡਾ A ਆਪਸ਼ਨ। ਕੁਐਸਚਨ ਨੰਬਰ 50, egg, albumin and starch in water are respectively examples of। देखो egg albumin हो गया, starch हो गया, gelatin हो गया, these are examples of your lyophilic salts। ਇਹ ਕਿਹੜੇ ਹੁੰਦੇ ਨੇ ਤੁਹਾਡੇ? ਲਾਇਓਫਿਲਿਕ ਸੋਲਸ ਹੁੰਦੇ ਨੇ। ਐਂਡ ਜੋ ਤੁਹਾਡੇ ਲਾਇਓਫੋਬਿਕ ਸੋਲਸ ਹੁੰਦੇ ਨੇ ਇਹਨਾਂ ਵਿੱਚ ਜਨਰਲੀ ਕੀ ਆ ਜਾਂਦੇ ਨੇ ਤੁਹਾਡੇ? ਮੈਟਲ ਸਲਫਾਈਡਸ ਆ ਜਾਂਦੇ ਨੇ ਜਾਂ ਮੈਟਲ ਦੇ ਆਕਸਾਈਡਸ ਆ ਜਾਂਦੇ ਨੇ। ਮੈਟਲ ਆਕਸਾਈਡਸ ਜਾਂ ਮੈਟਲ ਸਲਫਾਈਡਸ ਆਉਂਦੇ ਨੇ that are your lyophobic salts, ਹੈ ਨਾ। ਜੋ ਲਾਇਓਫਿਲਿਕ ਦੇ ਵਿੱਚ ਤੁਹਾਡੇ ਜੈਲੇਟਿਨ, ਸਟਾਰਚ ਐਂਡ ਐਗ ਐਲਬੂਮਿਨ ਆਉਂਦੇ ਨੇ। Question number 51, which of the following characteristic is not correct for physical adsorption? जो ਇਹਦੇ ਲਈ ਸਹੀ नहीं है। ਤਾਂ ਦੇਖੋ adsorption spontaneous ਹੁੰਦਾ ਹੈ, ਬਿਲਕੁਲ ਸਹੀ ਹੈ। adsorption ਦੇ ਲਈ ਤੁਹਾਡਾ ਡੈਲਟਾ G, ਡੈਲਟਾ H ਤੇ ਡੈਲਟਾ S ਤਿੰਨੋਂ ਪੈਰਾਮੀਟਰ ਦੀ ਜੋ ਵੈਲਿਊ ਆਂਦੀ ਹੈ that is your negative ਹੁੰਦੀ ਹੈ। ਤਾਂ adsorption spontaneous ਹੁੰਦਾ ਹੈ, ਬਿਲਕੁਲ ਸਹੀ ਹੈ। adsorption on solid is reversible, ਬਿਲਕੁਲ ਸਹੀ point ਹੈ। ਜੋ physical adsorption ਹੁੰਦੇ ਨੇ ਉਹਦੇ ਵਿੱਚ ਜੋ ਤੁਹਾਡਾ adsorbate ਹੈ and ਜੋ ਤੁਹਾਡਾ adsorbent ਹੈ ਉਹਦੇ ਵਿੱਚ weak van der Waals forces of attraction present ਹੁੰਦੀਆਂ ਨੇ, ਜਿਸ ਕਰਕੇ ਤੁਸੀਂ substance ਨੂੰ ਜੋ ਤੁਹਾਡਾ adsorbate ਹੈ ਉਸਨੂੰ reversible ਵੀ ਕਰ ਸਕਦੇ ਹੋ, ਉਸਨੂੰ dissolve ਵੀ ਕਰ ਸਕਦੇ ਹੋ and that is the correct option for your physical adsorption। Third option, adsorption increases with increase in temperature, that is a wrong। adsorption देखो temperature ਵਧਾਓਗੇ ਤਾਂ molecules ਨੂੰ energy ਮਿਲੇਗੀ, ਅਗਰ energy ਮਿਲੇਗੀ ਤਾਂ ਉਹ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਣਗੇ, ਉਹ ਤੁਹਾਡੇ surface ਤੋਂ dissolve ਹੋ ਜਾਣਗੇ। ਤਾਂ ਉੱਥੇ ਤੁਹਾਡਾ temperature ਵਧਾਉਣ ਦੇ ਨਾਲ adsorption ਕੀ ਹੁੰਦਾ ਹੈ ਤੁਹਾਡਾ? decrease ਕਰਦਾ ਹੈ। that means it is an incorrect answer। ਤੇ ਆਪਾਂ ਨੂੰ incorrect question ਹੀ ਪੁੱਛਿਆ ਗਿਆ ਸੀ, ਤਾਂ 51 ਦਾ answer ਕੀ ਆਏਗਾ ਤੁਹਾਡਾ? C option। Question number 52, the electron trapped in anion vacancy in metal access defect ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? F center। and F centers ਕਰਕੇ ਹੀ ਜੋ substance ਹੁੰਦੇ ਨੇ ਤੁਹਾਡੇ ਉਹ color show ਕਰਦੇ ਨੇ। for example ਜੋ NaCl ਹੈ, NaCl ਦਾ color ਕੀ show ਕਰਦਾ ਹੈ ਤੁਹਾਨੂੰ? due to the presence of F electron yellow color show ਕਰਦਾ ਹੈ। ਜੋ ਤੁਹਾਡਾ KCl ਹੈ ਉਹ ਥੋੜਾ purple violet color show ਕਰਦਾ ਹੈ। ਜੋ ਤੁਹਾਡਾ lithium chloride ਹੈ ਉਹ ਤੁਹਾਡਾ lilac color ਨੂੰ show ਕਰਦਾ ਹੈ due to the presence of your F center। ਤਾਂ F center ਕੀ ਕਰਦੇ ਨੇ ਤੁਹਾਡੇ? color corresponding color show ਕਰਦੇ ਨੇ ਤੁਹਾਡੇ and different ਤੁਹਾਡੇ ਜੋ salts ਨੇ ਉਹ different color ਨੂੰ generate ਕਰਦੇ ਨੇ। Question number 53, which type of defect has maximum voids per unit area? maximum voids per unit area ਦੇਖੋ short key ਦੇ ਵਿੱਚ ਕੀ ਹੁੰਦੇ ਨੇ ਤੁਹਾਡੇ? number of cations ਤੇ anions equal ਕੀ ਹੁੰਦੇ ਨੇ? miss ਹੁੰਦੇ ਨੇ from their ਲੈਟਿਸ ਸਾਈਟ, ਹੈ ਨਾ। ਇਹਦੇ ਵਿੱਚ ਕੀ ਹੁੰਦੇ ਨੇ ਤੁਹਾਡੇ? ਕੈਟਾਇਨ ਤੇ ਅਨਾਇਨ ਮਿਸ ਹੁੰਦੇ ਨੇ। ਤਾਂ ਇੱਥੇ ਆਨਸਰ ਕੀ ਆਊਗਾ ਤੁਹਾਡਾ? A ਆਪਸ਼ਨ, ਮਤਲਬ ਖਾਲੀ ਜਗ੍ਹਾ ਪ੍ਰੈਜ਼ੈਂਟ ਹੁੰਦੀ ਹੈ ਤੁਹਾਡੇ ਸ਼ਾਰਟ ਕੀ ਡਿਫੈਕਟ ਦੇ ਵਿੱਚ।
ਜਦ ਕਿ ਫ੍ਰੈਂਕਲ ਦੇ ਵਿੱਚ ਕੀ ਹੁੰਦਾ ਹੈ, ਕੋਈ ਵੀ ਇੱਕ ਤੁਹਾਡਾ ਕੈਟਾਇਨ ਜਾਂ ਐਨਾਇਨ, ਜੋ ਵੀ ਤੁਹਾਡਾ ਇੱਕ ਲੈਟਿਸ ਐਟਮ ਹੈ, ਉਹ ਆਪਣੀ ਜਗ੍ਹਾ ਨੂੰ ਛੱਡ ਕੇ void ਨੂੰ occupy ਕਰ ਲੈਂਦਾ ਹੈ। ਉਹ ਕੀ ਕਰ ਲੈਂਦਾ ਹੈ, void ਨੂੰ occupy ਕਰ ਲੈਂਦਾ ਹੈ। ਤਾਂ ਇੱਥੇ B ਆਂਸਰ ਨਹੀਂ ਆ ਸਕਦਾ। ਸ਼ਾਰਟਕੀ ਦੇ ਵਿੱਚ ਕੀ ਹੁੰਦੇ ਨੇ, ਤੁਹਾਡੇ equal number of cation and anions are missing, ਤਾਂ ਕਰਕੇ ਇੱਥੇ ਤੁਹਾਡੇ ਮੈਕਸਿਮਮ ਨੰਬਰ ਆਫ ਖਾਲੀ ਜਗ੍ਹਾ, ਜਿਸ ਨੂੰ ਆਪਾਂ voids ਬੋਲ ਦਿੰਦੇ ਹਾਂ, ਉਹ present ਹੁੰਦੇ ਨੇ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ A ਆਪਸ਼ਨ। ਕੁਐਸਚਨ ਨੰਬਰ 54 ਕਹਿੰਦੇ ਫਿਨੋਲ ਹੈ ਤੁਹਾਡੇ ਕੋਲ ਗਿਵਨ, ਸੋਲਵੈਂਟ ਦਾ KF ਗਿਵਨ ਹੈ, ਡਿਪਰੈਸ਼ਨ ਫ੍ਰੀਜ਼ਿੰਗ ਪੁਆਇੰਟ 7 ਕੈਲਵਿਨ ਦਿੱਤਾ ਹੈ, ਤੁਸੀਂ ਦੱਸਣਾ ਹੈ ਕਿੰਨਾ ਪਰਸੈਂਟੇਜ ਜੋ ਫਿਨੋਲ ਹੈ ਉਹ ਡਾਈਮਰਾਈਜ਼ ਹੋਇਆ ਹੈ। ਤਾਂ ਦੇਖੋ ਡਾਈਮਰਾਈਜ਼ ਦਾ ਮਤਲਬ ਕੀ ਹੈ ਕਿ ਤੁਹਾਡੇ ਦੋ ਫਿਨੋਲ ਦੇ ਜੋ ਮੋਲੀਕਿਊਲਸ ਨੇ ਉਹ ਆਪਸ ਦੇ ਵਿੱਚ ਕੰਬਾਈਨ ਕਰਕੇ ਡਾਈਮਰਾਈਜੇਸ਼ਨ ਦੇ ਵਿੱਚ ਗਏ ਨੇ। ਤਾਂ ਦੇਖੋ ਜਦੋਂ ਏਦਾਂ ਦੀ ਕੰਡੀਸ਼ਨ ਆਂਦੀ ਹੈ, ਡਾਈਮਰਾਈਜੇਸ਼ਨ ਦੀ ਕੰਡੀਸ਼ਨ ਆਂਦੀ ਹੈ, ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਕੈਲਕੂਲੇਟ ਕਰਦੇ ਹੋ, ਤੁਹਾਡਾ want of factor ਹੈ ਨਾ। ਤਾਂ want of ਜੋ ਫੈਕਟਰ ਹੈ I, ਉਸ ਕੇਸ ਦੇ ਵਿੱਚ ਕਿੰਨਾ ਆਂਦਾ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, that is 1 minus alpha by 2। want of factor ਜੋ I ਹੈ that is equals to 1 minus alpha by 2। alpha ਮਤਲਬ ਕਿੰਨਾ ਹੈ, ਕਿੰਨਾ ਪਰਸੈਂਟੇਜ ਉਹ dissociate ਜਾਂ associate ਕੀਤਾ ਹੈ। alpha ਮਤਲਬ ਕਿੰਨਾ dissociation ਕੀਤਾ ਹੈ ਜਾਂ ਕਿੰਨੀ ਉਸਨੇ ਐਸੋਸੀਏਸ਼ਨ ਕੀਤੀ ਹੈ। ਇੱਥੇ ਆਪਾਂ ਐਸੋਸੀਏਸ਼ਨ ਦੀ ਗੱਲ ਕਰ ਰਹੇ ਹਾਂ ਜਾਂ ਡਾਈਮਰਾਈਜੇਸ਼ਨ ਦੀ ਗੱਲ ਕਰਦੇ ਹਾਂ, ਤੇ ਇੱਥੇ ਅਲਫਾ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਤੁਹਾਡੇ ਐਸੋਸੀਏਸ਼ਨ। ਤਾਂ ਤੁਸੀਂ ਦੇਖੋ ਕੀ ਕਰਨਾ ਹੈ, ਜਸਟ ਫਾਰਮੂਲਾ ਲਗਾਉਣਾ ਹੈ, ਅਕੋਰਡਿੰਗ ਟੂ ਦੀ ਕੰਸੈਪਟ ਤੁਸੀਂ ਚੱਲਣਾ ਹੈ। ਤਾਂ ਤੁਹਾਡੇ ਕੋਲ ਦੇਖੋ ਕੀ ਹੁੰਦਾ ਹੈ, ਡੈਲਟਾ TF is equals to I KF into molality। ਠੀਕ ਹੈ, ਤਾਂ ਤੁਸੀਂ ਇੱਥੇ ਕੀ ਕਰਨਾ ਹੈ, ਫਾਰਮੂਲੇ ਦੇ ਵਿੱਚ ਵੈਲਿਊ ਨੂੰ ਪੁੱਟ ਕਰਕੇ ਆਂਸਰ ਨੂੰ ਕੀ ਕਰਨਾ ਹੈ, ਸੋਲਵ ਕਰਨਾ ਹੈ। ਦੇਖੋ ਹੁਣ ਜੋ ਮੋਲੈਲਿਟੀ ਹੈ, ਵੈਸੇ ਦਾ ਫਰਦਰ ਫਾਰਮੂਲਾ ਕੀ ਹੁੰਦਾ ਹੈ, ਡੈਲਟਾ TF is equals to I KF। ਮੋਲੈਲਿਟੀ ਕਾਹਦੇ ਇਕੁਅਲ ਹੁੰਦੀ ਹੈ, that is equals to the mass of your solute into 1000 divided by molar mass of your solute into mass of your solvent। ਤਾਂ ਇਹ ਫਾਰਮੂਲਾ ਹੁੰਦਾ ਹੈ ਤੁਹਾਡਾ ਮੋਲੈਲਿਟੀ ਦਾ। ਤਾਂ ਇੱਥੇ ਜਸਟ ਤੁਸੀਂ ਕੀ ਕਰਨਾ ਹੈ, ਵੈਲਿਊਜ਼ ਨੂੰ ਪੁੱਟ ਕਰਨਾ ਹੈ and you will get your desired ਆਂਸਰ। ਦੇਖੋ ਇੱਥੇ ਕੀ ਦਿੱਤਾ ਹੋਇਆ ਹੈ, 7 ਕੈਲਵਿਨ ਇਕੁਅਲ ਟੂ 1 ਮਾਈਨਸ ਅਲਫਾ ਬਾਈ 2। KF ਦੀ ਵੈਲਿਊ ਕਿੰਨੀ ਗਿਵਨ ਹੈ ਤੁਹਾਡੇ ਕੋਲੇ, 14 ਗਿਵਨ ਹੈ। ਐਂਡ ਦੇਖੋ ਇਸ WB ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲੇ, 75.2 into 1000 divided by mass, molar mass of your solute ਦਾ molar mass ਕਿੰਨਾ ਹੈ ਫਿਨੋਲ ਦਾ, ਕੈਲਕੂਲੇਟ ਕਰੋਗੇ 94 ਆਏਗਾ, into weight of your solvent। ਦੇਖੋ solvent, ਇਹ solvent ਦਿੱਤਾ ਮਤਲਬ 1 kg ਹੈ, ਮਤਲਬ 1000 ਗ੍ਰਾਮ ਹੈ। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਅਲਫਾ ਹੈ, ਅਲਫਾ ਦੀ ਵੈਲਿਊ ਕਿੰਨੀ ਆ ਜਾਏਗੀ ਤੁਹਾਡੇ ਕੋਲੇ 0.75। that means in percentage ਆਂਸਰ ਕਿੰਨਾ ਆ ਜਾਏਗਾ ਤੁਹਾਡਾ 75%। 75%। Question number 55, which of the following is a colligative property। ਤਾਂ ਟੋਟਲ 4 ਹੀ colligative properties ਹੁੰਦੀਆਂ ਨੇ। ਪਹਿਲੀ colligative property ਕੀ ਹੈ ਤੁਹਾਡੀ, relative lowering of vapor pressure। relative lowering of vapor pressure, that is your first property। second ਹੈ ਤੁਹਾਡੀ elevation in boiling point। elevation in boiling point। ਥਰਡ ਹੈ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ, ਜੋ ਕਿ ਆਪਾਂ ਹੁਣੀ ਕੁਐਸਚਨ ਕਰਕੇ ਹਟੇ ਹਾਂ, ਡਿਪਰੈਸ਼ਨ ਇਨ freezing point। and the fourth one is your osmotic pressure। and the fourth one is your osmotic pressure। ਅਤੇ ਦੱਸੋ ਕਿਹੜਾ ਆਨਸਰ ਆਏਗਾ ਤੁਹਾਡਾ, B option। question number 56, how many moles of water in 720 gram of water। ਦੇਖੋ moles ਕਾਦੇ ਇਕੁਅਲ ਹੁੰਦੇ ਨੇ, given mass ਕਿੰਨਾ ਦਿੱਤਾ ਹੈ 720 ਗ੍ਰਾਮ ਡਿਵਾਈਡਡ ਬਾਈ ਮੋਲਰ ਮਾਸ। ਮੋਲਰ ਮਾਸ ਕਿੰਨਾ ਹੁੰਦਾ ਹੈ 18 ਗ੍ਰਾਮ ਪਰ ਮੋਲ। ਜਦੋਂ ਇਸ ਨੂੰ ਸੋਲਵ ਕਰੋਗੇ ਆਂਸਰ ਕਿੰਨਾ ਆ ਜਾਏਗਾ ਤੁਹਾਡੇ ਕੋਲੇ 40 ਮੋਲਸ। ਤਾਂ ਇਹਦਾ ਇਹ ਆਂਸਰ ਆ ਜਾਏਗਾ ਤੁਹਾਡੇ 56 ਕੁਐਸਚਨ ਦਾ। 57 ਕੁਐਸਚਨ ਆਪਾਂ ਆਲਰੇਡੀ ਕਰ ਚੁੱਕੇ ਹਾਂ। ਜੋ ਮੋਹਰ ਸਾਲਟ ਹੈ ਉਹਦਾ ਜੋ n ਫੈਕਟਰ ਹੈ ਕਾਦੇ ਇਕੁਅਲ ਹੁੰਦਾ ਹੈ 1 ਦੇ ਇਕੁਅਲ ਹੁੰਦਾ ਹੈ। ਐਂਡ ਜੋ ਇਕੁਇਵਲੈਂਟ ਮਾਸ ਹੁੰਦਾ ਹੈ that is equals to molar mass divided by n ਫੈਕਟਰ। ਤਾਂ n ਫੈਕਟਰ ਦੀ ਵੈਲਿਊ 1 ਹੈ, ਤਾਂ ਇਕੁਇਵਲੈਂਟ ਮਾਸ ਕਾਦੇ ਇਕੁਅਲ ਆਏਗਾ ਤੁਹਾਡਾ, ਮੋਲਰ ਮਾਸ ਦੇ ਇਕੁਅਲ ਆਏਗਾ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ, A option। question number 58, which of the following statement is correct। ਦੇਖੋ ਇਹ ਕਰਵਾਇਆ ਹੋਇਆ ਹੈ, s orbital ਤੁਹਾਡਾ spherical ਹੁੰਦਾ ਹੈ, spherical ਹੋਣ ਕਰਕੇ ਹਰ ਜਗ੍ਹਾ ਤੇ equally distribute ਹੁੰਦਾ ਹੈ, so it is your non directional। ਇਹ ਕੀ ਹੁੰਦਾ ਹੈ ਤੁਹਾਡਾ
नॉन डायरेक्शनल हुंदा है। सेकंड, इलेक्ट्रॉन्स इन मोशन बिहेव एज दे आर इन वेव्स, बिल्कुल सही है, इलेक्ट्रॉन थोड़ा वेव की तरह भी एक्ट कर सकता है और इट कैन एक्ट एज अ पार्टिकल। तो थोड़ा आंसर की आएगा बी ऑप्शन। थर्ड, an orbital can accommodate a maximum of two electron with parallel spins, so that is a wrong statement। ਆਪਾਂ ਇੱਕ ਹੀ orbital ਦੇ ਵਿੱਚ ਹਾਂ ਦੋ ਇਲੈਕਟ੍ਰੋਨ ਜ਼ਰੂਰ accommodate ਕਰ ਸਕਦੇ ਹਾਂ with the opposite spin, opposite spin ਹੋਣੀ ਚਾਹੀਦੀ ਹੈ, and that is according to the Pauli's exclusion principle, and that is with the Pauli's exclusion principle। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤਾਂ ਫਿਰ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਕੁਐਸਚਨ ਨੰਬਰ 59, a solution components A and B follows Rolle's law। ਦੇਖੋ ਰੋਲਸ ਲੋ ਦਾ ਮਤਲਬ ਕੀ ਹੁੰਦਾ ਹੈ, ਜੋ ਤੁਹਾਡਾ ਆਈਡੀਅਲ ਸੋਲੂਸ਼ਨ ਹੈ। ਆਈਡੀਅਲ ਸੋਲੂਸ਼ਨ ਦਾ ਮਤਲਬ ਜੋ ਵੀ ਤੁਸੀਂ ਕੰਪੋਨੈਂਟ ਲਿੱਤੇ ਨੇ A ਤੇ B, ਠੀਕ ਹੈ, ਜਦੋਂ ਤੁਸੀਂ ਉਹਨਾਂ ਨੂੰ ਮਿਕਸ ਵੀ ਕਰ ਰਹੇ ਹੋ ਤਾਂ ਜੋ ਫਾਈਨਲ ਇੰਟਰੈਕਸ਼ਨਸ ਨੇ A ਤੇ B ਦੀਆਂ, that should be same of that of AA interaction and BB interaction। ਤਾਂ ਉਹਨਾਂ ਸੋਲੂਸ਼ਨਸ ਨੂੰ ਆਪਾਂ ਬੋਲਦੇ ਹਾਂ ਆਈਡੀਅਲ ਸੋਲੂਸ਼ਨਸ, ਐਂਡ ਆਈਡੀਅਲ ਸੋਲੂਸ਼ਨ ਮਸਟ ਫੋਲੋ ਰੋਲਸ ਲੋ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਤੁਹਾਡੀਆਂ ਦੋਨੋਂ ਤੁਸੀਂ ਸੋਲਿਊਟ ਜਾਂ ਸੋਲਵੈਂਟ ਲਿੱਤਾ ਹੈ ਉਹਨਾਂ ਦੀਆਂ ਦੇ ਵਿੱਚ ਜੋ ਵੀ ਇੰਟਰੈਕਸ਼ਨਸ ਨੇ, that should be of the same order as AA interaction and BB interaction। that means interaction ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਤੁਹਾਡੇ ਆਈਡੀਅਲ ਸੋਲੂਸ਼ਨ, and that will follow your Rolle's law। ਐਂਡ ਜਿਨ੍ਹਾਂ ਦੇ ਵਿੱਚ ਅਟਰੈਕਟਿਵ ਫੋਰਸਿਸ ਤੁਹਾਡੀਆਂ ਸੇਮ ਨਹੀਂ ਹੁੰਦੀਆਂ, ਉਹ ਤੁਹਾਡੇ ਹੁੰਦੇ ਨੇ ਨੋਨ ਆਈਡੀਅਲ ਸੋਲੂਸ਼ਨ, ਐਂਡ ਦੇ ਆਰ ਨਾਟ ਫੋਲੋਇੰਗ ਯੂਅਰ ਰੋਲਸ ਲੋ। देखो ए ऑप्शन देखो इतने की है, अट्रैक्टिव फोर्स की है लेस है। अगर फोर्स घट है मतलब फाइनल बॉइलिंग पॉइंट घट गया है क्योंकि फोर्सेस घट गया। अगर बॉइलिंग पॉइंट घट जाएगा तो वेपर प्रेशर की हो जाएगा थोड़ा वध जाएगा। दैट मीन जो थोड़ा ए केस है दैट विल शो पॉजिटिव डेविएशन फ्रॉम द रोल्स लॉ, क्योंकि इतने वेपर प्रेशर वध गया है। एंड अगर अट्रैक्टिव फोर्सेस ज्यादा है दैट मीन्स बॉइलिंग पॉइंट फाइनल वध गया है, वेपर प्रेशर घट गया है। अगर वेपर प्रेशर घटेगा that means that will show negative deviation from the Rolle's law। इस चीज का तुसी ध्यान रखना है।